आज सारे नमस्कार, आप देख रहे हैं दुनियादारी न्यूज़। मैं हूं जयपाल सिंह। आज हम किसानों की हवेली में पहुंचे हैं, किसान हवेली घोलिया। ये पोल नंबर 28 के पास है। तो जब यहाँ पर आप आते हैं तो अगर इस हवेली को नहीं देखा तो आपको टिकरी बॉर्डर पर और ऐसी बढ़िया चीज़ देखने को कहीं नहीं मिलेगी। जब भी आएँ, हमारा निवेदन है कि इस हवेली पर ज़रूर आएँ और देखें कि किसान भाइयों ने कितनी मेहनत करके इसको इतने अच्छे तरीके से सजाया और संवारा है। तो आइए बात करते हैं इन किसानों से। सत श्री अकाल जी। सत श्री अकाल। तो आपने जब यहाँ आंदोलन करने के लिए आए हो आप, तो आपने एक हवेली बना दी, तो ये जो आपने तैयार कर दिया, पार्क तैयार कर दिया, तो इसकी क्या जरूरत थी? सब तो पहला तो वाहिगुरू जी का खालसा, वाहिगुरू जी की फतेह। मैं दुनियादारी चैनल का बहुत बहुत धन्यवाद करदा जिन्होंने कीमती वक्त चो वक्त कढ़ के सानू टाइम दिता। तो इत्थे जदों असीं आए हैं 26 नवंबर ਨੂੰ ਅਸੀਂ ਇੱਥੇ ਆ ਗਏ ਸੀ। ਇੱਥੇ ਬਹੁਤ ਵੱਡੀ ਗੰਦਗੀ ਦੇ ਢੇਰ ਸੀ ਜੀ। ਬਹਾਦਰਗੜ੍ਹ ਦੀ ਸਾਰੀ ਗੰਦਗੀ ਇੱਥੇ ਪਈ ਸੀ। ਉਹ ਸਾਰੀ ਗੰਦਗੀ ਨੂੰ ਅਸੀਂ ਚੱਕ ਕੇ ਸਾਫ਼ ਕਰਕੇ ਸਫਾਈ ਕਰਕੇ ਸਾਡੇ ਛੋਟੇ ਵੀਰ ਗੁਰਸੇਵਕ ਸਿੰਘ ਬਿੱਟੂ ਸਰਪੰਚ ਪਿੰਡ ਘੋਲੀਆ ਉਹਨਾਂ ਦੀ ਰਹਿਨਮਾਈ ਥੱਲੇ ਇਹ ਸਾਰੀ ਜਿਹੜੀ ਯੋਜਨਾ ਬਣਾਈ ਕਿ ਇੱਥੇ ਸਾਫ਼ ਸੁਥਰਾ ਕਰਕੇ ਇਸ ਨੂੰ, ਤੇ ਅਸੀਂ ਖੇਤੀਬਾੜੀ ਕਰਨ ਵਾਲੇ ਬੰਦੇ ਆ ਤੇ ਫਸਲਾਂ ਉਗਾਉਣ ਵਾਲੇ ਬੰਦੇ ਆ ਤੇ ਅਸੀਂ ਇੱਥੇ ਘਾਹ ਲਾਇਆ, ਆ ਦੂਜੇ ਬੂਟੇ ਲਾਏ, ਫਲਾਵਰ ਲਾਇਆ, ਸਾਰਾ ਕੁਝ ਲਾਇਆ। ਤੇ ਬਾਕੀ ਉਸ ਤੋਂ ਅੱਗੇ ਜਾ ਕੇ ਕੁਝ ਸਾਨੂੰ ਰਹਿਣ ਦੀ ਦਿੱਕਤ ਸੀ, ਸਾਡੇ ਕੋਲ ਉੱਥੇ ਟਰਾਲੀਆਂ ਸੀ, ਤੰਬੂ ਸੀ। ਉਸ ਤੋਂ ਬਾਅਦ ਅਸੀਂ ਇੱਕ ਇਹ ਤੰਬੂ ਲਾਇਆ, ਤੰਬੂ ਲਾ ਕੇ ਇੱਥੇ ਲੋਕਾਂ ਨੂੰ ਰਹਿਣ ਨੂੰ ਜਗ੍ਹਾ ਦਿੱਤੀ। ਜਿਹੜੇ ਬਾਹਰੋਂ ਆਏ ਗਏ ਜਿਨ੍ਹਾਂ ਕੋਲ ਜਗ੍ਹਾ ਨਹੀਂ ਹੁੰਦੀ ਸੀ ਉਹਨਾਂ ਨੂੰ ਅਸੀਂ ਰਹਿਣ ਵਸੇਰਾ ਦਿੱਤਾ। ਮੁੜ ਕੇ ਇਹ ਵੀ ਛੋਟਾ ਹੋ ਗਿਆ। ਇਸ ਤੋਂ ਬਾਅਦ ਫਿਰ ਅਸੀਂ ਆ 4 ਤੰਬੂ ਗ੍ਰੀਨ ਵਾਲੇ ਲਾਏ, ਇੱਥੇ ਲੋਕਾਂ ਨੂੰ ਰਹਿਣ ਵਾਸਤੇ ਜਗ੍ਹਾ ਦਿੱਤੀ ਗਈ। ਸਾਰਾ ਅਸੀਂ ਲੰਗਰ ਪਾਣੀ ਤੋਂ ਲੈ ਕੇ ਨਹਾਉਣ ਧੋਣ, ਲੈਟਰਿਨ ਬਾਥਰੂਮ ਦਾ ਸਾਰਾ ਇੰਤਜ਼ਾਮ ਆ ਸਾਡਾ, ਸਾਰਾ ਅਸੀਂ ਪ੍ਰਬੰਧ ਕੀਤਾ। ਉਸ ਤੋਂ ਬਾਅਦ ਸਾਡਾ ਇਹ ਵੀ ਛੋਟਾ ਲੱਗਿਆ ਕੰਮ। ਉਸ ਤੋਂ ਬਾਅਦ ਇਹ ਵੱਡੀ ਜਿਹੜੀ ਆਹ ਲਾਈ ਸਟੋਰੀ, मैं कैमरामैन को बोलूँगा थोड़ा उस तरफ भी दिखाएंगे। ਇਹ ਸਟੋਰੀ ਲਾ ਕੇ ਤੇ ਫਿਰ ਅਸੀਂ ਜਿਹੜਾ ਹੁਣ ਸਾਡੇ ਕੋਲ ਖੁੱਲਾ ਇੰਤਜ਼ਾਮ ਆ, ਕੋਈ ਆਵੇ ਕੋਈ ਜਾਵੇ, ਰਹਿਣ ਨੂੰ ਵੀ ਥਾਂ ਦਿੰਦੇ ਆ, ਲੰਗਰ ਪਾਣੀ ਵੀ ਦਿੰਦੇ, ਹਰ ਉਹਨੂੰ ਸਹੂਲਤ ਦਿੱਤੀ ਜਾਂਦੀ ਹੈ। ਜਦੋਂ ਤੁਸੀਂ ਇੱਥੇ ਆਏ ਤੇ ਗੰਦਗੀ ਦੇ ਢੇਰ ਸੀਗੇ। आज कोई कह नहीं सकता कि इतने गंदगी होगी कभी भी। तो आज तो बिल्कुल ये एक अच्छी तरीके से सजा संवारा हुआ पार्क है। तो जब किसान यहाँ इतने लंबे समय रुके हैं तो उन्होंने अपनी अच्छाई कहीं ना कहीं दिखा दी। जब तक ਅਸੀਂ ਇੱਥੇ ਰਵਾਂਗੇ ਇਸੇ ਤਰ੍ਹਾਂ ਸਾਫ਼ ਸੁਥਰਾਈ ਨੂੰ ਰੱਖਾਂਗੇ, ਜਦ ਤੱਕ ਅਸੀਂ ਇੱਥੇ ਰੁਕੇ ਹਾਂ ਤਦ ਤੱਕ ਅਸੀਂ ਇਹਦੀ ਸਫਾਈ ਰੱਖਾਂਗੇ। ਇਹਦੇ 'ਚ ਹੋਰ ਵੀ ਜਿਹੜੇ ਫਲਦਾਰ ਬੂਟੇ, ਫੁੱਲਦਾਰ ਬੂਟੇ ਸਾਰੇ ਅਸੀਂ ਲਾਵਾਂਗੇ, ਕਿਉਂਕਿ ਅਸੀਂ ਖੇਤੀਬਾੜੀ ਨਾਲ ਸੰਬੰਧਿਤ ਹਾਂ। ਵੇਖੋ ਜੀ, ਸਰਕਾਰ ਨੂੰ ਅਖੀਰ ਤਾਂ ਕਿਸਾਨਾਂ ਦੇ ਫੈਸਲੇ ਅੱਗੇ ਝੁਕਣਾ ਹੀ ਪੈਣਾ ਹੈ। ਤੇ ਜਿਹੜੀ ਕਿਤਨੇ ਸਮੇਂ ਦੀ ਬਾਤ ਹੈ ਉਹ ਅਸੀਂ ਇੱਕ ਘਰੋਂ ਪਰਨ ਕਰਕੇ ਤੁਰੇ ਹਾਂ ਵੀ ਤਿੰਨੇ ਕਾਲੇ ਕਾਨੂੰਨ ਆਰਡੀਨੈਂਸ ਰੱਦ ਕਰਵਾ ਕੇ MSP ਦੀ ਗਰੰਟੀ ਲੈ ਕੇ ਹੀ ਵਾਪਸ ਜਾਵਾਂਗੇ। ਸਾਨੂੰ ਜਿੰਨੀ ਮਰਜ਼ੀ ਲੰਮੀ ਲੜਾਈ ਲੜਨੀ ਪਵੇ, ਅਸੀਂ ਲੰਮੀ ਲੜਾਈ ਲੜਨ ਵਾਸਤੇ ਤਿਆਰੀਆਂ ਕਰਕੇ ਆਏ ਹਾਂ। ਅਸੀਂ ਆਹ ਸਮਰਸੀਬਲ ਬੋਰ ਕਰ ਲਏ, ਪੱਕੇ ਰਹਿਣ ਬਸੇਰੇ ਬਣਾ ਲਏ ਆ। ਜਿੰਨਾ ਚਿਰ ਅਸੀਂ ਇੱਥੇ ਰਵਾਂਗੇ, ਜਿੰਨਾ ਚਿਰ ਸਾਡਾ ਸੰਘਰਸ਼ ਚੱਲੂਗਾ, ਅਸੀਂ ਇੱਥੇ ਰਹਿ ਕੇ ਸ਼ਾਂਤਮਈ ਤਰੀਕੇ ਨਾਲ ਸਾਡੇ ਲੀਡਰਾਂ ਦੀ ਅਗਵਾਈ ਥੱਲੇ ਅਸੀਂ ਸੰਘਰਸ਼ ਜਿੱਤੇ ਬਣਾ ਨਹੀਂ ਜਾਵਾਂਗੇ। बाबा जी, ये बताओ आप क्या क्या सेवाएं दे रहे हो यहाँ पर? ਇੱਥੇ ਸਭ ਤੋਂ ਪਹਿਲਾਂ ਤਾਂ ਜੀ ਚਾਹ ਦਾ ਲੰਗਰ ਅਸੀਂ ਸ਼ੁਰੂ ਕਰਦੇ ਹਾਂ। 4 4:30 ਵਜੇ ਚਾਹ ਦਾ ਲੰਗਰ ਸ਼ੁਰੂ ਹੁੰਦਾ ਹੈ ਸਵੇਰੇ ਜੀ। ਉਸ ਤੋਂ ਬਾਅਦ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਅਸੀਂ ਪ੍ਰਸ਼ਾਦਾ ਜਿਨ੍ਹਾਂ ਨੇ ਛਕਣਾ ਹੁੰਦਾ ਸਾਡੇ ਕੋਲੇ ਬੈਠ ਕੇ ਛਕਣਾ ਹੁੰਦਾ, ਸਾਡੇ ਕੋਲੇ ਬੈਠ ਕੇ ਛਕਦੇ ਆ। ਫਿਰ ਉਸ ਤੋਂ ਬਾਅਦ ਜਿਨ੍ਹਾਂ ਨੇ ਆਪਦੇ ਤੰਬੂਆਂ 'ਚ ਲਿਜਾ ਕੇ ਛਕਣਾ ਹੁੰਦਾ ਹੈ ਉਹਨਾਂ ਨੂੰ ਅਸੀਂ ਘਰੇ ਲਿਜਾਣ ਵਾਸਤੇ, ਤੰਬੂਆਂ 'ਚ ਲਿਜਾਣ ਵਾਸਤੇ ਵੀ ਦਿੰਦੇ ਹਾਂ। ਬਾਕੀ ਚਾਹ ਪਾਣੀ ਦਾ ਲੰਗਰ, ਠੰਡਾ ਪਾਣੀ, ਚਾਹ ਸਾਰੀ ਦਿਹਾੜੀ ਸਾਡੇ ਚੱਲਦੇ ਆ। ਤੇ ਇਹ ਛੋਟੇ ਵੀਰ ਸਾਡੇ ਗੁਰਸੇਵਕ ਸਿੰਘ ਬਿੱਟੂ ਤੇ ਪਿੰਡ ਘੋਲੀਆ ਦੀ ਸਾਰੀ ਸੰਗਤ ਜਿਹੜੀ ਇੱਥੇ ਸੇਵਾ 'ਚ ਲੱਗੀ ਹੋਈ ਆ, ਤੇ ਜਿਨ੍ਹਾਂ ਦੇ ਨਾਲ ਅਸੀਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਮੈਂ ਜਸਵਿੰਦਰ ਸਿੰਘ ਸਿਵੀਆ ਪਿੰਡ ਆਨੰਦਗੜ੍ਹ ਤੋਂ 26 ਨਵੰਬਰ ਤੋਂ ਮੈਂ ਇਹਨਾਂ ਦੇ ਨਾਲ ਆਇਆ। ਜਿੰਨਾ ਕੁ ਮੇਰੇ ਤੋਂ ਸਰਦਾ ਮੈਂ ਇਹਨਾਂ ਨਾਲ ਸੇਵਾ ਕਰਦਾ। यहाँ पर कुछ युवा किसान भी है तो उनसे बात करते हैं। सत श्री अकाल वीर जी। तुसी भी बहुत सेवा करते हो, ट्रैक्टर ले के सेवा दे लगे रहंदे हो, ते अपनी सेवा के बारे थोड़ा दसो सानू। ਇਹ ਸਾਰਾ ਪ੍ਰੋਜੈਕਟ ਘੋਲੀਆ ਜੀ ਦਾ ਸਰਪੰਚ ਸਾਹਿਬ ਦਾ ਹੈ ਤੇ ਇਹਨਾਂ ਨੇ ਕਿਹਾ ਕਿ ਆਪਾਂ ਥੋੜੀ ਸਫਾਈ ਵੱਲ ਵੀ ਧਿਆਨ ਦੇਈਏ ਜੀ। ਫਿਰ ਅਸੀਂ ਇਹਨਾਂ ਦੇ ਨਾਲ ਰਲੇ। ਇਹਨਾਂ ਨੇ ਸਾਨੂੰ ਬਹੁਤ ਪਿਆਰ ਦਿੱਤਾ, ਸਾਰਾ ਕੁਝ, ਸਾਰਾ ਫੈਸਿਲਿਟੀਆਂ ਦਿੱਤੀਆਂ ਸਾਨੂੰ।
ਤੇ ਫਿਰ ਅਸੀਂ ਹੁਣ ਸਫਾਈ ਤੇ ਲੱਗੇ ਹਾਂ। ਜਿਹੜਾ ਵੀ ਕਿਤੇ ਵੀ ਕੋਈ ਦਿੱਕਤ ਆਉਂਦੀ ਹੈ ਸਫਾਈ ਦੀ, ਉਹ ਫਿਰ ਇਹਨਾਂ ਨੂੰ ਆ ਕੇ ਦੱਸਦਾ ਹੈ ਕਿ ਇੱਥੇ ਸਫਾਈ ਸਾਨੂੰ ਕੋਈ ਥੋੜੀ ਦਿੱਕਤ ਆ ਰਹੀ ਹੈ। ਫਿਰ ਅਸੀਂ ਜਾਂਦੇ ਹਾਂ, ਉਹ ਸਾਫ਼ ਕਰ ਦਿੰਦੇ ਹਾਂ ਤੇ ਵੱਡਾ ਨਾਲਾ ਜਿਹੜਾ ਕਿ ਟ੍ਰੇਨ ਉਹਦੇ ਵਿੱਚ ਜਾ ਕੇ ਧੋਣਾ ਤੇ ਇੱਧਰ कहाँ पे कोई गंदा पानी खराब लगता है या कोई ਲੈਟਰਿन ਦਾ हाँ, तो- ਸੀਵਰੇਜ ਕਰ ਲਓ ਜਾਂ ਪਾਣੀ ਦਾ ਜਾਂ ਮੱਛਰ ਹੋ ਰਿਹਾ ਜਾਂ ਕਿਵੇਂ ਹੋ ਰਿਹਾ, ਫਿਰ ਉਹ ਰਿਕੁਐਸਟ ਕਰਦੇ ਆ ਕੇ, ਫਿਰ ਅਸੀਂ ਉੱਥੇ ਜਾ ਕੇ ਤੇ ਤੁਸੀਂ ਕੀ ਕਰਦੇ ਹੋ ਇੱਥੇ? ਅਸੀਂ ਇਹਨਾਂ ਦੇ ਨਾਲ ਹੀ ਜੀ ਪਾਣੀ ਕਰਦੇ ਹਾਂ ਸਾਰੇ। ਪੜ੍ਹਦੇ ਹੋ ਤੁਸੀਂ? ਹਾਂਜੀ, ਮੈਂ +2 ਚ ਹਾਂ। ਤੇ ਅੱਜ ਕੱਲ ਤਾਂ ਫਿਰ ਕਰੋਨਾ ਕਰਕੇ ਸਕੂਲ ਬੰਦ ਹੋ ਗਏ। ਹਾਂਜੀ, ਹੁਣ ਫਿਰ ਬਸ ਇੱਥੇ ਹਾਂ ਅਸੀਂ। ਕੀ ਲੱਗਦਾ ਸਕੂਲਾਂ ਦੇ ਵਿੱਚ ਕਰੋਨਾ ਬਹਿ ਗਿਆ ਅੱਗੇ? ਪਤਾ ਨਹੀਂ ਜੀ ਹੁਣ ਤਾਂ, ਨਹੀਂ, ਸ਼ਰਾਬ ਦੇ ਠੇਕੇ ਤੇ ਤਾਂ ਨਹੀਂ ਹੈ ਕਰੋਨਾ। ਹੁਣ ਫਿਰ ਉਹ ਤਾਂ ਸਰਕਾਰਾਂ ਦੀ ਮਰਜ਼ੀ ਹੈ। ਇਹੋ ਜਿਹਾ ਕਰੋਨਾ ਹੋ ਗਿਆ ਕਿ ਸਕੂਲ ਦੇ ਵਿੱਚ ਆ ਜਾਂਦਾ, ਸ਼ਰਾਬ ਦੇ ਠੇਕੇ ਤੇ ਨਹੀਂ ਆਉਂਦਾ। ਉਹ ਤਾਂ ਉਹਨਾਂ ਨੂੰ ਹੀ ਪਤਾ ਜਿਨ੍ਹਾਂ ਨੇ ਬੰਦ ਕੀਤਾ। ਨਹੀਂ, ਤੁਸੀਂ ਨਹੀਂ ਆਈਡੀਆ ਲਾ ਸਕਦੇ? ਨਹੀਂ, ਜੋ ਉੱਥੇ ਫਿਰ ਸਕੂਲ ਸਾਡੇ ਹਿਸਾਬ ਨਾਲ ਤਾਂ ਹੈ ਨਹੀਂ, ਇੱਥੇ ਕਿਹਨੂੰ ਕਰਾਉਣਾ? ਨਹੀਂ, ਫਿਰ ਉਹ ਸ਼ਰਾਬ ਦੇ ਠੇਕੇ ਤੇ ਵੀ ਨਹੀਂ ਕਰੋਨਾ ਹੈਗਾ। ਇੱਥੇ ਤਾਂ ਹੁਣ ਉਹ ਤਾਂ ਉਹਨਾਂ ਤੇ ਆ, ਉਹਨਾਂ ਨੂੰ ਉੱਥੋਂ ਪੈਸੇ ਬਣਦੇ ਆ, ਉਹ ਖੋਲ ਰਹੇ ਆ। ਇਹ ਹੋਈ ਨਾ ਗੱਲ। ਇਹ ਕਹਿ ਰਹੇ ਹੈ ਨਾ ਕਿ ਉੱਥੇ ਪੈਸੇ ਬਣਦੇ ਆ ਤਾਂ ਕਰਕੇ। ਵੀਰ ਜੀ, ਤੁਸੀਂ ਕੀ ਸੇਵਾ ਕਰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਹਰਦੀਪ ਸਿੰਘ, ਪਿੰਡ ਘੋੜੀਆ ਸਰ ਤੋਂ। 26 ਨਵੰਬਰ ਨੂੰ ਅਸੀਂ ਘਰੋਂ ਚੱਲੇ ਸੀਗੇ, ਜਿੱਥੇ ਟਰੈਕਟਰਾਂ ਦੇ ਕਾਫਲਾ ਆਇਆ ਜੀ। ਪਹਿਲੇ ਦਿਨ ਤੋਂ ਮੈਂ ਨਾਲ ਆਇਆ ਸੀ ਤੇ ਥੋੜਾ ਸਾਡੇ ਪ੍ਰਧਾਨ ਸਾਹਿਬ ਦੇ ਉੱਚੀ ਨਾਲ ਆਵਾਜ਼ ਵਿੱਚ ਬੋਲੋ। ਅਸੀਂ ਸਰਦਾਰ ਨਿਰਭੈ ਸਿੰਘ ਪ੍ਰਧਾਨ ਸਾਹਿਬ ਜੀ ਸਾਡਾ, ਉਹਨਾਂ ਨਾਲ ਕਾਫਲਾ ਲੈ ਕੇ ਆਏ ਸੀਗੇ। ਤੇ ਅਸੀਂ ਇੱਥੇ ਆਏ, ਜਦੋਂ ਪਹੁੰਚੇ ਤੇ ਇਹ ਤੋਂ ਬਾਅਦ 'ਚ ਸਾਡੇ ਸਰਪੰਚ ਸਾਹਿਬ ਗੁਰਸੇਵ ਸਿੰਘ ਬਿੱਟੂ ਪਹੁੰਚੇ। ਦੂਜੇ ਤੀਜੇ ਉਹਨਾਂ ਨੂੰ ਦੇਖਿਆ ਕਿ ਇੱਥੇ ਬਹੁਤ ਜ਼ਿਆਦਾ ਯਾਨੀ ਕਿ ਪ੍ਰਬੰਧ ਦੀ ਲੋੜ ਸੀ, ਪ੍ਰਸ਼ਾਦ ਦੀ ਲੋੜ ਸੀ। ਯਾਨੀ ਕਿ ਲੋਕ ਹਜੇ ਪਹਿਲਾਂ ਨਵੇਂ ਆਏ ਸੀਗੇ, ਕੋਈ ਪ੍ਰਬੰਧ ਨਹੀਂ ਸੀ ਇਹਨਾਂ, ਲੋਕ ਡਿਸਟਰਬ ਸੀਗੇ ਵੀ ਕਿਵੇਂ ਖਾਣਾ ਬਣਾਈਏ, ਕੀ ਕਰੀਏ। ਫਿਰ ਇੱਥੇ ਲੰਗਰ ਸਟਾਰਟ ਕੀਤਾ ਉਹਨਾਂ ਨੇ ਆ ਕੇ। ਲੰਗਰ ਸਟਾਰਟ ਕੀਤਾ, ਹੌਲੀ ਹੌਲੀ ਇੱਥੇ ਗੰਦਗੀ ਬਹੁਤ ਸੀ। ਅਸੀਂ ਆਪਦੀਆਂ ਡਿਸਪੋਜ਼ਲ ਪਲੇਟਾਂ ਵੀ ਇੱਥੇ ਸਿੱਟ ਦਿੰਦੇ ਸੀ, ਮੂਹਰੇ ਗੰਦਗੀ ਸੀ, ਢੇਰ ਸੀ, ਢੇਰਾਂ ਸਿੱਟ ਦਿੰਦੇ ਸੀ। ਫਿਰ ਸਾਨੂੰ ਐਂ ਹੋਇਆ ਵੀ ਕਿਉਂ ਨਾ ਸਫਾਈ ਰੱਖੀ ਆ, ਵੀ ਕੀ ਪਤਾ ਕਿੰਨਾ ਟਾਈਮ ਅੰਦੋਲਨ ਚੱਲੂਗਾ, ਵੀ ਲੋਕ ਦਿੱਲੀ ਦੇ ਲੋਕਲ ਲੋਕ ਵੀ ਐਂ ਨਾ ਕਹਿ ਜਾਣ ਵੀ ਇੱਥੇ ਆ ਕੇ ਕਿਸਾਨ ਆਏ ਸੀ ਵੀ ਗੰਦ ਪਾ ਗਏ। ਤੇ ਫਿਰ ਹੌਲੀ ਹੌਲੀ ਸਫਾਈ ਦਾ ਕੰਮ ਸ਼ੁਰੂ ਕੀਤਾ। ਕਰਦੇ ਕਰਦੇ ਆ ਤੰਬੂ ਲਾਇਆ ਸੀ ਇੱਥੇ, ਪਾਰਕਿੰਗ ਬਣਾਈ। ਪਾਰਕਿੰਗ ਬਣਾਉਂਦੇ ਦਿਮਾਗ 'ਚ ਆਇਆ ਸਾਡੇ ਵੀ ਚਲੋ ਇੱਥੇ ਘਾਹ ਲਾਏ, ਗ੍ਰੀਨਰੀ ਵੀ ਥੋੜ੍ਹਾ ਕੀਤਾ ਜਾਵੇ। ਫਿਰ ਹੌਲੀ ਹੌਲੀ ਹੁੰਦਾ, ਕਿਰਪਾ ਹੋਈ ਹੈ ਮਹਾਰਾਜ ਦੀ। ਤੇ ਸਾਡੇ ਵੱਡੇ ਵੀਰ ਗੁਰਸੇਵਕ ਸਿੰਘ ਬਿੱਟੂ ਦਾ ਸਾਰਾ ਉਪਰਾਲਾ ਮੂਹਰੇ ਲੱਗੇ ਹੋਏ ਸੀਗੇ। आपने बढ़िया बनाया। ਹਾਂਜੀ, ਬਸ ਵਾਹਿਗੁਰੂ ਨੇ ਕਿਰਪਾ ਕੀਤੀ, ਸੰਗਤ ਨੇ ਸਹਿਯੋਗ ਦਿੱਤਾ। फिर भी ये बताओ, आप सरकार को क्या संदेश देना चाहोगे? सरकार को बस यही संदेश है जी, जल्दी से जल्दी इसकी सुनवाई हो, क्योंकि सभी यहाँ घर छोड़ के हम बैठे हैं, तो थोड़ा उनको सोचना चाहिए। अब तो कितना टाइम हो गया, अड़ी छोड़ देनी चाहिए। आज प्रपोजल आई है जी तोमर साहब से, प्रपोजल आई है। प्रपोजल वो जैसे कहते हैं ना, फॉर्मेलिटी की है उसने, भी प्रपोजल दे दी और ना जगह बताई है, ना टाइम बताया, कहाँ प्रपोजल है, कहाँ आना है, कहाँ नहीं आना है। ये तो वो बात करते हैं ना, सरकार भी ऐसी बातें करती है कि वो देखो वो देखो वो देखो, वो चिड़िया जा रही है, ये बात है। जबकि होती ही नहीं है चिड़िया वहाँ पे। तो ये वो बात है। तो हमारे सीनियर किसान भी हैं यहाँ पर। हाँ जी, सत श्री अकाल जी। जी। तो क्या कहना चाहोगे सरकार को? तोमर साहब ने आज मैसेज दिया है कि हम बातचीत करेंगे। ਅਸੀਂ ਇਹ ਤਿੰਨੇ ਕਾਨੂੰਨ ਸਾਡੇ ਰੱਦ ਹੋ ਜਾਣ। ਅਸੀਂ ਖੇਤੀ ਧੰਦਾ ਕਰਦੇ ਹਾਂ, ਖੇਤੀ ਦਾ, जी ਤੇ ਵੀ ਇਹ ਤਿੰਨੇ ਕਾਨੂੰਨ ਰੱਦ ਹੋ ਜਾਣ ਤਾਂ ਅਸੀਂ ਆਪਦਾ ਖੁਸ਼ੀ ਨਾਲ ਘਰੇ ਜਾਈਏ। ਜੇ ਨਾ ਰੱਦ ਹੋਏ ਤਾਂ ਸਾਡਾ ਖੁਦਕਸ਼ੀਆਂ ਦਾ ਰੁਝਾਨ ਵੱਧ ਜੂਗਾ। ਅੱਗੇ ਸਾਡੇ ਕਿਸਾਨ ਨੇ ਨਾ ਤੰਗੀਆਂ ਚੱਕ ਕੇ ਖੁਦਕਸ਼ੀਆਂ ਕਰੀ ਜਾਂਦੇ। क्योंकि कुछ नहीं कराया करते पापा जी। ये तो जो कमज़ोर आदमी होते हैं ना, वो करते हैं। किसान तो बहुत मजबूत होता है। ਸਾਡਾ ਹੈ ਪਰ ਅਸੀਂ ਜ਼ਮੀਨਾਂ ਠੇਕੇ ਤੇ ਵਾਹੁੰਦੇ ਆ, ਘਰ ਦੀਆਂ ਜ਼ਮੀਨਾਂ ਸਾਡੇ ਕੋਲ ਬਹੁਤ ਘੱਟ ਹੈ, ਤਾਂ ਅਸੀਂ ਇਹ ਦੂਜਾ ਤੰਗੀਆਂ ਦੇ ਜਦੋਂ ਆ ਜਾਂਦੀਆਂ ਤੇ ਕਰਜ਼ੇ ਵੱਧ ਜਾਂਦੇ, ਸਿਰ ਚੜ ਜਾਂਦੇ, ਉਹਦਾ ਕਿਸਾਨ ਖੁਦਕਸ਼ੀ ਕਰਦਾ। ਬਾਬਾ ਜੀ, ਤੁਸੀਂ ਇੱਕ ਗੱਲ ਦੱਸੋ, ਜਿਹੜੀ ਉਹ ਵੱਡੇ ਬੰਦੇ ਹੈ ਨਾ, ਉਹ ਪੈਸੇ ਲੈ ਕੇ ਭੱਜ ਜਾਂਦੇ हैं दुनिया ਤੋਂ। 9,000 लेके बच गया, कोई कितना पैसा लेके बच गया, करोड़ों रुपए में लेके बच गया। मेरी भी तो गुजरात के 11 जो व्यापारी हैं, बड़े व्यापारी, वो भाग गए हैं। अगर एक व्यापारी जितना पैसा भी अगर किसानों के ऊपर लगा दिया जाता तो पूरे भारत के किसानों का कर्जा माफ हो सकता था। ਵੇਖੋ ਜੀ, ਜਿਹੜੇ ਗੁਜਰਾਤੀ ਹੈ, ਇਹਨਾਂ ਦਾ ਮੁੱਢ ਤੋਂ ਹੀ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਕੋਈ ਵੀ ਯੋਗਦਾਨ ਨਹੀਂ। ਤੇ ਦੇਸ਼ ਨਾਲ ਸਭ ਤੋਂ ਵੱਡੀਆਂ ਜਿਹੜੀਆਂ ਗੁਜ਼ਾਰੀਆਂ ਕੀਤੀਆਂ, ਉਹ ਸਾਰੀਆਂ ਗੁਜਰਾਤੀਆਂ ਨੇ ਹੀ ਕੀਤੀਆਂ, ਜੋ ਦੇਸ਼ ਦਾ ਧਨ ਮਾਲ ਲੁੱਟ ਕੇ ਤੇ ਵਿਦੇਸ਼ਾਂ ਦੇ ਵਿੱਚ ਜਾ ਵਸੇ। ਤੇ ਜੇ ਸਰਕਾਰ ਦੇ ਨੇਕ ਇਰਾਦੇ ਹੋਣ ਤਾਂ ਉਹਨਾਂ ਨੂੰ 1 ਘੰਟੇ 'ਚ ਫੜ ਕੇ ਤੋਂ ਇੱਥੇ ਲਿਆ ਸਕਦੇ ਆ। ਤੇ ਬਾਕੀ ਦੂਜੀ ਗੱਲ ਹੈ, ਜਿੰਨਾ ਪੈਸਾ ਉਹ ਲੁੱਟ ਕੇ ਲੈ ਗਏ ਆ,
ਉਹਨੇ ਪੈਸੇ ਨਾਲ ਸਾਰਾ ਦੇਸ਼ ਸਾਡਾ ਖੁਸ਼ਹਾਲ ਹੋ ਸਕਦਾ ਸੀ। ਸਾਰੇ ਕਿਸਾਨਾਂ ਨੂੰ ਇੰਨੀਆਂ ਖੁਦਕੁਸ਼ੀਆਂ ਨਹੀਂ ਕਰਨੀਆਂ ਪੈਂਦੀਆਂ ਸੀ। ਸਾਨੂੰ ਇਹੋ ਜਿਹੀ ਸੜਕਾਂ ਤੇ ਬਹਿ ਕੇ ਮੱਛਰ ਦੇ ਵਿੱਚ ਸਿਆਲ ਦੀਆਂ ਠੰਡੀਆਂ ਰਾਤਾਂ 'ਚ ਕਰਨਾ ਨਹੀਂ ਸੀ ਪੈਣਾ। ਸਾਰਾ ਉਹ ਪੈਸਾ ਸਾਡੇ ਦੇਸ਼ ਤੇ ਲੱਗੇ, ਸਾਡਾ ਦੇਸ਼, ਸਾਡਾ ਪੰਜਾਬ ਹੋਰ ਖੁਸ਼ਹਾਲ ਹੋ। मोदी मीडिया कहना मोदी सरकार मजबूत सरकार है। वो सरकार मजबूत कहाँ से है जो अपने देश के भगोड़ों को वापस नहीं ला सकती? ਇਹ ਮਜ਼ਬੂਤੀ ਕਾਹਦੀ ਹੈ ਵੀ ਜਿਹੜੇ ਦੇਸ਼ ਲੁੱਟ ਕੇ ਲੈ ਗਏ ਉਹਨਾਂ ਨੂੰ ਨਹੀਂ ਲਿਆ ਸਕੇ। ਫਿਰ ਇਹ ਹੁਣ ਤੱਕ ਵੱਡੇ ਵੱਡੇ ਵਾਅਦੇ ਕਰਦੇ ਸੀ ਵੀ ਹਰ ਇੱਕ ਕਿਸਾਨ ਦੇ ਖਾਤੇ ਦੇ ਵਿੱਚ 15-15 ਲੱਖ ਆ ਜੂ, ਹਰ ਇੱਕ ਦੇ ਖਾਤੇ 'ਚ 15-15 ਲੱਖ ਆ ਜੂ। ਇੱਕ ਵੀ ਨਹੀਂ ਆਇਆ। ਇਹ ਤਾਂ ਸਰਕਾਰ ਦੀ ਮਿਲੀ ਭੁਗਤ ਤੇ ਸਰਕਾਰ ਦੀਆਂ ਕਮਜ਼ੋਰੀਆਂ, ਜਿਹੜੇ ਲਟੇਰੇ ਲੋਕਾਂ ਨੂੰ ਇਹ ਫੜ ਕੇ ਇੱਥੇ ਲਿਆ ਕੇ ਉਹਨਾਂ ਨੂੰ ਬਣਦੀਆਂ ਸਜ਼ਾਵਾਂ ਨਹੀਂ ਦੇ ਸਕਦੇ। ਤੇ ਹੋਰ ਜਿਹੜਾ ਪੰਜਾਬ ਦੇ ਵਿੱਚ ਲੋਕਾਂ ਨੂੰ ਖੁਦਕੁਸ਼ੀਆਂ ਵਾਸਤੇ ਮਜਬੂਰ ਕੀਤਾ ਜਾ ਰਿਹਾ ਹੈ ਤੇ ਉਹ ਸਾਰੀਆਂ ਸਰਕਾਰ ਦੀਆਂ ਮਾੜੀਆਂ ਨੀਤੀਆਂ ਦਾ ਹੀ ਸਿੱਟਾ ਹੈ। तो ये किसान जान चुका है, वो जान चुका है कि कोई भी सरकार कभी भी किसी भी पार्टी